सुनने ਨੂੰ ਮਿਲੇ ਕਿ ਪੰਜਾਬੀਆਂ ਤੋਂ ਪੰਜਾਬੀ ਦੂਰ ਕਰ ਰਹੇ ਨੇ, ਇਤਨਾ ਨਹੀਂ नमस्कार, सत श्री अकाल, आदाब दोस्तों। मैं हाँ मनीष बेआला, तुसीं वेख रहे हो प्राइम टाइम विद मनीष बेआला। अज गल करिए तो अज तीन मुद्दे ने जिहड़े तुहाडे नाल साझे करने ने। तीन इहो जिहे मुद्दे ने जिहड़े अपने आप च सारिਆਂ दा ध्यान मंगदे ने। पंजाब च चिंतावां बहुत ने, पंजाब च मसले बिल्कुल साडा जिहड़ा पिछोकड़ रुलिया होया। अज सरदार अजैब सिंह ਚੱਠਾ जिहड़े तुहाडे नाल बैठे हुए ने, मैं अपने आप च ਇਹ अपने आप ਨੂੰ खुशकिस्मत भी कह रहा कि मैनू वो चीज़ ਨੂੰ ਦੱਸਣ ਦਾ मौका मिल रहा कि महाराजा रणजीत सिंह के समय के उत्ते ਜਿਹੜੀਆਂ किताबां साडे को खोह लित्तियां गईयां सन, पंजाबी का कहता ਜਿਹੜਾ खोह लिता गया सी उस वेले ਉਹਨੂੰ ਇਹ ਦੁਬਾਰਾ ਤੋਂ ਮੁੜ ਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਚੀਜ਼ ਨੂੰ ਉਸ ਵੇਲੇ ਸਾਡੇ ਤੋਂ ਖੋਹ ਕੇ ਤਹਿਸ ਨਹਿਸ ਕਰਤਾ ਸੀ, ਉਸ ਵੇਲੇ ਕਹਿੰਦੇ ਸਨ ਕਿ ਇਹਨਾਂ ਦਾ ਇਤਿਹਾਸ ਖੋਣਾ ਹੈ, ਇਹਨਾਂ ਦਾ ਭਵਿੱਖ ਖੋਣਾ ਹੈ ਤੇ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਖੋਲੋ। ਉਦੋਂ ਇੱਕ ਕਿਤਾਬ ਦਾ ਵੀ ਜਿਹੜਾ ਮੁੱਲ ਸੀ ਉਹ ਸਿਰਾਂ ਤੋਂ ਵੱਧ ਕੇ ਉਹ ਪਾਉਂਦੇ ਸਨ। ਤੇ ਅੱਜ ਜਿਹੜਾ ਹੈ ਉਹ ਇਹਨਾਂ ਨੂੰ ਦੁਬਾਰਾ ਤੋਂ ਜਿਹੜਾ ਮੁੜ ਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਹੀਂ, ਅਸੀਂ ਆਪਣਾ ਪਿਛੋਕੜ ਲੱਭ ਕੇ ਲਿਆਉਣਾ ਹੈ। ਅੱਜ ਅਸੀਂ ਵੇਖਦੇ ਹਾਂ ਵਿਦੇਸ਼ਾਂ ਦੇ ਵਿੱਚ ਜਦੋਂ ਕਿਸੇ ਮਹਾਰਾਜੇ ਦੀ ਕਿਸੇ ਕਿਰਪਾਨ ਦੀ ਨਿਲਾਮੀ ਲੱਗਦੀ ਹੈ ਜਾਂ ਕਿਤੇ ਤੀਰ ਦੀ ਨਿਲਾਮੀ ਲੱਗਦੀ ਹੈ, ਠੀਕ ਹੈ, ਉੱਥੇ ਸਾਡਾ ਧਿਆਨ ਹੋਣਾ ਚਾਹੀਦਾ। ਕਿਸੇ ਦੀ ਐਨਕਾਂ ਦੀ ਨਿਲਾਮੀ ਲੱਗ ਗਈ, ਕਿਸੇ ਦੇ ਰਿਵਾਲਵਰ ਦੀ ਲੱਗ ਗਈ, ਅਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। पर किन्नियां क असीं दुर्लभ किताबां नूं बचाउण दी कोशिश कीती है। दुनिया दी किन्नियां क लाइब्रेरियां दे विच साडा दुर्लभ खजाना जिहड़ा पिया उहनूं लिआउण वास्ते असीं किन्ने क यतन कीते ने। किसी ने फोटो कापी तक कराउण दी आग्या नहीं मंगी कि भाई घੱਟ ਤੋਂ ਘੱਟ फोटो कापी जिहड़ी करके लैण दिओ। मैनूं इत्थों तक पता है कि गुरु नानक देव यूनीवर्सिटी दे विच बहुत सारे हत्थ लिखत जिहड़े ने हिंदुआं दे सिखां दे ग्रंथ पए होए ने, ਉਹ अलमारी ਦੇ ਵਿੱਚ ਸੰਭਾਲ ਕੇ ਰੱਖੇ ਨੇ। ਉੱਥੇ ਜਿਹੜਾ ਇੱਕ ਉਹ ਭੱਬੂ ਵੀ ਜਿਹੜਾ ਉਹ ਪਰ ਨਹੀਂ ਮਾਰ ਸਕਦਾ। ਉਹਦੀ ਹੌਲੀ ਹੌਲੀ ਲੱਗਦਾ ਕਿ ਜਿਹੜਾ ਸਰੀਰ ਆ ਤੋਂ ਖੂਨ ਨੂੰ ਖਿੱਚਿਆ ਜਾ ਰਿਹਾ। ਮਨੀਸ਼ ਜੀ, ਤੁਹਾਡੀ ਬਿਲਕੁਲ ਗੱਲ ਸਹੀ ਹੈਗੀ ਆ। ਇਹ ਜਿਹੜਾ ਫੈਸਲਾ ਕੀਤਾ ਗਿਆ ਹੈ ਬਿਲਕੁਲ ਗਲਤ ਹੈਗਾ ਜੀ। ਕਿਸੇ ਦੀ ਮਾਤ ਭਾਸ਼ਾ ਜਿਹੜੀ ਸਭ ਤੋਂ ਸੌਖੀ, ਤੁਸੀਂ ਗਿਆਨ ਲੈਣਾ ਹੁੰਦਾ ਹੈਗਾ ਵਾ, ਤੁਸੀਂ ਆਪਣੀ ਮਾਤ ਭਾਸ਼ਾ ਵਿੱਚ ਲੈ ਲਓ ਤਾਂ ਸਭ ਤੋਂ ਗਿਆਨ ਸੌਖਾ ਤੇ ਛੇਤੀ ਮਿਲ ਜਾਂਦਾ। ਅੱਜ ਤੋਂ ਪਹਿਲਾਂ ਸਾਡੇ ਜਿੰਨੇ ਵੀ ਅਫਸਰ ਡੀਸੀ ਸਾਹਿਬਾਨ ਬਣੇ ਹੈਗੇ ਆ, ਜਿੰਨੇ ਜਨਰਲ ਸਾਹਿਬ ਬਣੇ ਹੈਗੇ ਆ, ਉਹ ਸਭ ਤਿੰਨ ਭਾਸ਼ਾ ਤੋਂ ਸ਼ੁਰੂ ਕਰਕੇ ਪਹਿਲੀ ਸਿੱਖਿਆ ਆਪਣੀ ਮਾਤ ਭਾਸ਼ਾ ਵਿੱਚ ਲੈ ਕੇ ਨਾਲ ਮੁੜ ਕੇ ਹਿੰਦੀ ਸ਼ੁਰੂ ਕਰਕੇ ਤੇ ਨਾਲ ਇੰਗਲਿਸ਼ ਚ ਲੈਂਦੇ ਰਹੇ ਹੈਗੇ ਆ। ਉਹ ਹਮੇਸ਼ਾ ਹੀ ਕਾਮਯਾਬ ਰਹੇ ਹੈਗੇ ਆ। ਜੇ ਇਨਸਾਨ ਨੂੰ ਆਪਣੀ ਇੱਕ ਮਾਤ ਭਾਸ਼ਾ ਸਭ ਤੋਂ ਸੌਖੀ ਵਧੀਆ ਸਿੱਖ ਸਕਦਾ ਹੈਗਾ, ਜਿਹਨੂੰ ਇੱਕ ਆਪਣੀ ਮਾਤ ਭਾਸ਼ਾ ਸਭ ਤੋਂ ਵਧੀਆ ਆਉਂਦੀ ਹੈਗੀ ਆ, ਉਹ ਦੂਸਰੀਆਂ ਭਾਸ਼ਾਵਾਂ ਨੂੰ ਵਧੀਆ ਤੌਰ ਤੇ ਸਿੱਖ ਸਕਦਾ। ਪਰ ਸਾਡੇ ਪੰਜਾਬ ਵਿੱਚ ਕੰਮ ਉਲਟ ਹੋ ਗਿਆ, ਜਿਹੜਾ ਕਿ ਗਲਤ ਹੋ ਗਿਆ। ਅਸੀਂ ਗਿਆਨ ਹੀ ਇੰਗਲਿਸ਼ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਤੇ ਹਜੇ ਪੇਰੈਂਟਸ ਨੂੰ ਉਹ ਇੰਗਲਿਸ਼ ਉਸ ਲੈਵਲ ਦੀ ਆਉਂਦੀ ਹੈਗੀ ਆ, ਤੇ ਬੱਚਿਆਂ 'ਚ ਡਿਪਰੈਸ਼ਨ ਵੀ ਇਸੇ ਕਰਕੇ ਆ। ਅਸਲੀਅਤ ਆ, ਜੇ ਸੀਐਮ ਸਾਹਿਬ ਵਾਕਿਆ ਹੀ ਇਹ ਸੀਰੀਅਸ ਹੈਗੇ ਆ, ਇਹ ਕੁਛ ਕਰਨਾ ਚਾਹੁੰਦੇ ਹੈਗੇ ਆ, ਤੇ ਇਹ ਚਾਹੀਦਾ ਹੈ। ਮੈਂ ਤਾਂ ਕਹਿੰਦਾ ਜਿਹੜੀਆਂ ਪੰਜਾਬੀ ਦੇ ਵਿੱਚ, ਪੰਜਾਬੀ ਛੱਡੋ, ਮਾਤ ਭਾਸ਼ਾ ਦੇ ਵਿੱਚ ਤੁਹਾਨੂੰ ਪ੍ਰਾਇਮਰੀ ਐਜੂਕੇਸ਼ਨ ਵੀ, ਹਾਇਰ ਜਿਹੜੀ ਸੈਕੰਡਰੀ ਆ ਉਹ ਵੀ, ਤੇ ਪ੍ਰੋਫੈਸ਼ਨਲ ਵੀ, ਸਾਰੀਆਂ ਹੀ ਸਿੱਖਿਆਵਾਂ ਜਿਹੜੀਆਂ ਆਪਦੀ ਮਾਤ ਭਾਸ਼ਾ ਵਿੱਚ ਲੈਣੀਆਂ ਚਾਹੀਦੀਆਂ ਤੇ ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣਾ ਚਾਹੀਦਾ ਹੈਗਾ ਵਾ। ਜੇ ਦੂਸਰੀਆਂ ਭਾਸ਼ਾਵਾਂ ਤੁਸੀਂ ਸਿੱਖਣ ਲੱਗੋ, ਵੱਧ ਤੋਂ ਵੱਧ 6 ਮਹੀਨੇ ਸਿੱਖ ਲਓਗੇ, ਸਾਲ ਸਿੱਖ ਲਓਗੇ, 2 ਸਾਲ ਤੋਂ ਵੱਧ ਕਿਸੇ ਵੀ ਭਾਸ਼ਾ ਨੂੰ ਸਿੱਖਣ ਨੂੰ ਨਹੀਂ ਲੱਗਦਾ। ਉਹਨਾਂ ਦਾ ਲਿਟਰੇਚਰ ਪੜ੍ਹ ਕੇ ਸਾਨੂੰ ਭਾਸ਼ਾ ਸਿੱਖਣ ਦੀ ਨਹੀਂ ਲੋੜ। ਸਾਡੀ ਜਿਹੜੀ ਆ ਗੁਰਮੁਖੀ ਹੈਗੀ ਆ, ਇਹਨੂੰ ਖਤਮ ਕਰਨਾ ਬਹੁਤ ਹੀ ਮੱਦਭਾਗਾ ਹੈਗਾ ਵਾ, ਤੇ ਇਹਦੇ ਲਈ ਸਾਨੂੰ ਉਹਨਾਂ ਤੇ ਕਰਨਾ ਵੀ ਨਹੀਂ ਕੀਤਾ। ਆਪਾਂ ਜੋ ਕਰਨਾ ਚਾਹੀਦਾ, ਸਾਡੇ ਵਿਦਵਾਨਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਗੱਲ ਕਰਨੀ ਚਾਹੀਦੀ ਆ ਵੀ ਸਾਨੂੰ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਪੜ੍ਹਾਉਣ ਲਈ ਕੀ ਕੀ ਕਹੀਏ ਕਿ ਸਰਕਾਰ ਦਾ ਡੰਡਾ ਹੈ ਜਾਂ ਸਮਝ ਨਹੀਂ ਆ ਰਹੀ ਜਾਂ ਸਿਰ ਦੇ ਉੱਤੋਂ ਦੀ ਗੱਲ ਨਿਕਲ ਰਹੀ ਹੈ ਕਿ ਇਹਦਾ ਅਸਰ ਕੀ ਹੋਊਗਾ। ਸਭ ਤੋਂ ਪਹਿਲਾਂ ਮਨੀਸ਼ ਜੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਜੋ ਸਰ ਪਰਮਿੰਦਰ ਸਿੰਘ ਜੀ ਸੋਜ ਸਾਹਿਬ ਨੇ ਉਸ ਐਜੂਕੇਸ਼ਨ ਪਾਲਿਸੀ ਦੀ ਸਕੀਮ ਦੀ ਗੱਲ ਕੀਤੀ। ਉਸ ਕਿਤਾਬ ਦਾ ਨਾਂ ਕਾਇਦਾ-ਏ-ਨੂਰ ਸੀਗਾ, ਜਿਹਦੇ ਵਿੱਚ ਉਦੋਂ ਉਹਨਾਂ ਨੇ ਮਾਤ ਭਾਸ਼ਾ ਦੇ ਵਿੱਚ ਤੁਸੀਂ ਆਪਣਾ ਉਰਦੂ ਸਿੱਖ ਲਓ, ਫਾਰਸੀ ਸਿੱਖ ਲਓ, ਤੁਸੀਂ ਦੂਜਾ ਗੁਰਮੁਖੀ ਸਿੱਖ ਲਓ। ਉਸ ਵੇਲੇ ਉਹ ਸਭ ਤੋਂ ਬੈਸਟ ਕਾਇਦਾ ਸੀਗਾ, ਜਿਹੜਾ ਹੱਥ ਲਿਖ ਸੀ। ਉਦੋਂ ਪ੍ਰਿੰਟਿੰਗ ਮਸ਼ੀਨ ਵੀ ਨਹੀਂ ਸੀਗੀਆਂ,
ਉਹਨਾਂ ਨੇ 5000 ਹੱਥੀਂ ਲਿਖਵਾ ਕੇ ਪਿੰਡਾਂ ਦੇ ਲੰਬੜਦਾਰਾਂ ਵਿੱਚ ਵੰਡਿਆ ਸੀਗਾ ਤੇ ਉਹਨਾਂ ਨੂੰ ਹੁਕਮ ਕੀਤਾ ਸੀਗਾ ਵੀ ਤੁਸੀਂ ਗਾਂ 3 ਮਹੀਨੇ ਚ ਆਪ ਪੜ੍ਹ ਲਓ ਤੇ ਇਸ ਤੋਂ ਬਾਅਦ 5-5 ਕਾਇਦੇ ਬਣਾ ਕੇ ਤੁਸੀਂ ਹੋਰਾਂ ਲੋਕਾਂ 'ਚ ਪਿੰਡ ਦਿਆਂ ਨੂੰ ਦਿਓ ਤੇ ਸਾਨੂੰ ਨਾਂ ਭੇਜੋ ਕਿਹੜੇ ਕਿਹੜੇ ਬੰਦਿਆਂ ਨੂੰ ਦਿੱਤੇ ਹੈਗੇ ਆ। ਉਹਨਾਂ ਨੇ ਕਿਸ ਨਿੱਕੀ ਜੀ ਸਕੀਮ ਦੇ ਨਾਲ ਹੀ ਕੁਝ ਹੀ ਸਾਲਾਂ ਦੇ ਵਿੱਚ ਪੰਜਾਬੀ 87% ਲੋਕ ਪੜ੍ਹ ਗਏ ਸੀਗੇ ਜਿਹੜੇ ਕਿ ਫਾਰਸੀ ਵਿੱਚ ਅਰਜੀ ਲਿਖਣ ਦੇ ਯੋਗ ਹੋ ਗਏ ਸੀਗੇ। ਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ 1849 ਵਿੱਚ 1857 ਚ ਗਦਰ ਹੋਇਆ। ਗਦਰ ਤੋਂ ਬਾਅਦ ਉਹਨਾਂ ਨੇ ਹਥਿਆਰ ਵੀ ਖੋਲੇ ਤੇ ਉਹ ਕਾਇਦਾ ਵੀ ਖੋਲਿਆ। ਉਸ ਕਾਇਦੇ ਨੂੰ ਖੋਣ ਲਈ ਜਿਵੇਂ ਸਰ ਪਰਮਿੰਦਰ ਸਿੰਘ ਜੀ ਉਹਨਾਂ ਨੇ ਇਹ ਗੱਲ ਕੀਤੀ, ਸਾੜਨ ਦੀ ਗੱਲ ਕੀਤੀ ਹੈਗੀ ਆ। ਬਹੁਤ ਸਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹੈਗੇ ਆ। ਕੁਝ ਬੰਦੇ ਕਹਿੰਦੇ ਆ ਵੀ ਧੱਕੇ ਨਾਲ ਉਹਨਾਂ ਨੇ ਕਿਰਪਾਨ ਦੇ ਜ਼ੋਰ ਨਾਲ ਸਾੜੇ, ਕੁਝ ਬੰਦੇ ਕਹਿੰਦੇ ਜਿਹੜਾ ਹਥਿਆਰ ਮੋੜਦਾ ਉਹਨੂੰ 2 ਆਨੇ ਦਿੰਦੇ ਸੀਗੇ ਤੇ ਜਿਹੜਾ ਕਾਇਦਾ ਮੋੜਦਾ ਸੀਗਾ ਤੇ ਉਹਨੂੰ 6 ਆਨੇ ਦਿੰਦੇ ਸੀਗੇ। ਇਸ ਤਰੀਕੇ ਨਾਲ ਇਹ ਸਾੜੇ ਹੈਗੇ ਆ। ਗੱਲ ਮੇਰਾ ਆਪਣਾ ਵਿਚਾਰ ਹੈਗਾ ਵਾ ਕਿਉਂਕਿ ਪਹਿਲਾਂ ਉਹ ਮਾਤ ਭਾਸ਼ਾ ਦੇ ਰਾਹੀਂ ਫਾਰਸੀ ਪੜ੍ਹਾਉਂਦੇ ਸੀ। ਉਹ ਫਾਰਸੀ ਜਿਹੜੀ ਸੀ ਆਪਦੀ ਰਾਜ ਦੀ ਭਾਸ਼ਾ ਦਾ ਸਟੇਟਸ ਗਵਾ ਬੈਠੀ, ਅੰਗਰੇਜ਼ੀ ਪੜ੍ਹਨੀ ਸੀਗੀ। ਉਹਨਾਂ ਨੇ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰਤੀ ਤੇ ਉਹਦਾ ਕਰਕੇ ਖਤਮ ਹੋ ਸਕਦਾ ਹੈਗਾ। ਕਾਰਨ ਕੋਈ ਵੀ ਹੋਵੇ ਉਹਨਾਂ ਨੇ ਸਾੜੇ ਹੈਗਾ, ਖਤਮ ਹੋ ਗਏ ਆ। ਉਹਦੀ ਇੱਕ ਵੀ ਕਾਪੀ ਅਸੀਂ ਹਿੰਦੁਸਤਾਨ ਸਾਰੇ ਚੋਂ ਟਰਾਈ ਕਰ ਲਈ ਹੈਗੀ ਆ। ਹਿੰਦੁਸਤਾਨ ਸਾਨੂੰ ਕਿਸੇ ਲਾਇਬ੍ਰੇਰੀ ਚੋਂ ਨਹੀਂ ਲੱਭੀ, ਸਾਰੇ ਪ੍ਰੋਫੈਸਰ ਸਾਹਿਬਾਨ ਕੋ ਪਤਾ ਕਰ ਲਿਆ। ਅਸੀਂ ਉਸ ਤੋਂ ਬਾਅਦ ਲਾਹੌਰ ਦੀਆਂ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਬੰਦਿਆਂ ਦੀ ਡਿਊਟੀ ਲਾਈ ਹੈਗੀ ਆ, ਉਹ ਵੀ ਹੱਥ ਖੜੇ ਕਰ ਗਏ, ਉੱਥੋਂ ਵੀ ਕੋਈ ਵੀ ਕਾਪੀ ਨਹੀਂ ਮਿਲੀ। ਉਸ ਤੋਂ ਬਾਅਦ ਇੰਗਲੈਂਡ ਤੋਂ ਅਸੀਂ ਜ਼ਰੂਰ ਟਰਾਈ ਕੀਤੀ ਹੈਗੀ ਆ, ਪਰ ਕੋਵਿਡ ਆਉਣ ਕਰਕੇ ਸਾਨੂੰ ਪੱਕਾ ਨਹੀਂ ਗਰੰਟੀ ਕਹਿ ਸਕਦੇ, ਪਰ 99% ਇਹ ਇੰਗਲੈਂਡ ਦੀ ਲਾਇਬ੍ਰੇਰੀ ਦੇ ਵਿੱਚ ਵੀ ਇਹ ਕਾਇਦਾ ਨੂਰ ਹੈ ਨਹੀਂਗਾ। ਤੇ ਉਹਦੇ ਹੀ ਪੈਟਰਨ ਤੇ ਹੁਣ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਕਿ ਅਸੀਂ ਦਿਮਾਗ ਦੇ ਵਿੱਚ ਹੈਗਾ ਅੱਜ ਅਸੀਂ 12 ਦਸੰਬਰ ਤੱਕ ਕਾਇਦੇ ਨੂਰ 21ਵੀਂ ਸਦੀ ਉਹ ਅਸੀਂ ਤਿਆਰ ਕਰ ਲਾਂਗੇ। ਇਹਦੇ ਵਿੱਚ ਅਸੀਂ 3 ਭਾਸ਼ਾ ਪਾ ਰਹੇ ਹਾਂ। ਅਸੀਂ ਮਾਤ ਭਾਸ਼ਾ ਦੇ ਵਿੱਚ ਗੁਰਮੁਖੀ ਸਾਡੀ ਜਿਹੜੀ ਮਾਤ ਭਾਸ਼ਾ ਗੁਰਮੁਖੀ, ਅਸੀਂ ਗੁਰਮੁਖੀ ਦੇ ਰਾਹੀਂ ਸ਼ਾਹਮੁਖੀ, ਇੰਗਲਿਸ਼ ਤੇ ਹਿੰਦੀ ਵੀ ਪਾਈ ਆ ਕਿਉਂਕਿ ਸਾਡੇ ਪੰਜਾਬੀ ਬਹੁਤ ਸਾਰੇ ਹਿੰਦੀ ਸਪੀਕਿੰਗ ਹੈਗੇ ਆ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਹੈਗੇ ਆ। ਸਾਡੇ ਬਾਹਰਲੇ ਕੰਟਰੀਆਂ ਵਿੱਚ ਹੈਗੇ ਆ ਜਿਹੜੇ ਇੰਗਲਿਸ਼ ਦੇ ਜਿੰਨਾ ਜ਼ਿਆਦਾ ਆਉਂਦੀ ਹੈਗੀ ਆ, ਉਹ ਇੰਗਲਿਸ਼ ਦੇ ਰਾਹੀਂ ਗੁਰਮੁਖੀ ਸਿੱਖ ਲੈਣ। ਸਾਡਾ ਇਹਦਾ ਪਰਪਸ ਇਹ ਆ ਵੀ ਜਿਹਨੂੰ ਇੱਕ ਭਾਸ਼ਾ ਆਉਂਦੀ ਆ, ਚਾਹੇ ਉਹਨੂੰ ਗੁਰਮੁਖੀ ਆਉਂਦੀ ਆ, ਸ਼ਾਹਮੁਖੀ ਆਉਂਦੀ ਆ, ਇੰਗਲਿਸ਼ ਆਉਂਦੀ ਆ, ਹਿੰਦੀ ਆਉਂਦੀ ਆ, ਉਹ ਇੱਕ ਭਾਸ਼ਾ ਦੇ ਰਾਹੀਂ ਦੂਸਰੀਆਂ ਭਾਸ਼ਾਵਾਂ ਤਿੰਨਾਂ ਬੜਾ ਆਸਾਨੀ ਨਾਲ ਤੇ ਸੌਖੀਆਂ ਸਿੱਖ ਲੂਗਾ। ਅੱਜ ਕੱਲ ਇੱਕ ਭਾਸ਼ਾ ਨਾਲ ਨਹੀਂ ਸਰਨਾ। ਮੇਰੇ ਖਿਆਲ ਨਹੀਂ ਮੈਨੂੰ ਕੋਈ ਦੁਨੀਆ ਦਾ ਅੱਜ ਇੱਕ ਵੀ ਬੰਦਾ ਦਿਸਦਾ ਹੋਵੇ ਜਿਹਨੂੰ 2 ਭਾਸ਼ਾਵਾਂ ਨਹੀਂ ਆਉਂਦੀਆਂ। ਸਾਨੂੰ ਸਾਰਿਆਂ ਨੂੰ ਹੀ 2 ਭਾਸ਼ਾਵਾਂ ਆਉਂਦੀਆਂ ਤੇ ਬਹੁਤ ਸਾਰੇ ਬੰਦਿਆਂ ਨੂੰ 3 ਆਉਂਦੀਆਂ ਤੇ 4 ਵਾਲਾ ਜਿਹੜਾ ਜਿਹਨੂੰ ਪਰਫੈਕਟਲੀ 4-5 ਆਉਂਦੀਆਂ ਉਹ ਸਪੈਸ਼ਲ ਬੰਦੇ ਹੀ ਹੈਗੇ ਆ, ਉਹ ਆਮ ਨਹੀਂਗੇ। ਤੇ ਅਸੀਂ ਇਹ ਚਾਹੁੰਦੇ ਆ ਵੀ ਇਹ ਤੋਂ ਸ਼ੁਰੂ ਕਰਕੇ ਅੱਜ ਕੱਲ ਇੱਕ ਭਾਸ਼ਾ ਨਾਲ ਨਹੀਂ ਸਰਨਾ। ਜਿੰਨੀਆਂ ਵੀ ਕਿਸੇ ਨੂੰ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੈਗੀਆਂ ਉਹਦੇ ਲਈ ਜੌਬ ਓਪਰਚੁਨਿਟੀਜ਼ ਸਾਰਿਆਂ ਦੇ ਵਿੱਚ ਹੀ ਉਹ ਕਾਮਯਾਬ ਹੋਊਗਾ। ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਆ ਪੰਜਾਬ ਦੀ ਗੱਲ ਕਰਦੇ ਆ ਵੀ ਇਹ ਖਤਮ ਹੋ ਰਹੇ, ਤੁਸੀਂ ਤਾਂ ਨਾਂ ਸਿਰਸਾ ਸਾਹਿਬ ਦਾ 2 ਵਾਰੀ ਲੈਤਾ ਹੈਗਾ। ਮੈਂ ਜੇ ਨਾਂ ਉਹਨਾਂ ਦਾ ਲੈ ਵੀ ਲਵਾਂ ਐਜ਼ ਏ ਮੈਨ, ਮੈਂ ਉਹਨਾਂ ਨੂੰ ਮਿਲਿਆ ਹੋਇਆ। ਉਹ ਬੜੇ ਹੀ ਵਧੀਆ ਸਪੀਕਰ, ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਉਹ ਚੰਗੇ ਕੰਮ ਕਰਦੇ ਰਹਿ ਗਏ ਆ। ਇਕੱਲੇ ਉਹ ਨਹੀਂ, ਹੋਰ ਵੀ ਬੰਦੇ ਬਹੁਤ ਸਾਰੇ ਹੈਗੇ ਆ। ਅਸੀਂ ਜਿਹੜਾ ਸਾਡਾ ਪ੍ਰੋਜੈਕਟ ਹੈਗਾ, ਅਸੀਂ ਚਾਹੁੰਦੇ ਆ ਹਰੇਕ ਪੰਜਾਬੀ ਨੂੰ ਘੱਟੋ ਘੱਟ 35 ਆਉਂਦੀ ਹੋਵੇ, 10 ਗੁਰੂਆਂ ਦੇ ਨਾਂ ਆਉਂਦੇ ਹੋਣ। ਪਰ ਇਸ ਵੇਲੇ ਇੰਡੀਆ ਦੇ ਵਿੱਚ ਅਸੀਂ ਟੀਚਰ ਦਾ ਸੰਬੰਧ ਹੁੰਦਾ, ਮੈਂ 400 ਟੀਚਰ ਦਾ ਜਿਹੜੇ ਗੁਰਮੁਖੀ ਪੜ੍ਹਾਉਂਦੇ ਹੈਗੇ ਆ ਉਹਨਾਂ ਦੇ ਨਾਲ ਮੇਰਾ ਵਾਹ ਪਿਆ। ਉਹਨਾਂ ਕੋਲ ਅਸੀਂ ਫੀਡਬੈਕ ਇਦਾਂ ਲਈ ਵੀ ਤੁਸੀਂ ਆਪਣਾ ਪੇਪਰ ਤੇ ਆਪਦਾ ਨਾਂ ਨਾ ਲਿਖਿਓ, ਆਪਦਾ ਰੋਲ ਨੰਬਰ ਤੁਹਾਡਾ ਹੈ ਨਹੀਂ ਆ, ਨਾਂ ਨਾ ਲਿਖਿਓ, ਸਾਨੂੰ ਪਤਾ ਨਾ ਲੱਗੇ ਵੀ ਕਿਹੜੇ ਬੰਦਾ ਸਹੀ ਆ ਤੇ ਕਿਹੜਾ ਗਲਤ ਹੈਗਾ। ਉਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ 10 ਗੁਰੂ ਸਾਹਿਬਾਨ ਦੇ ਨਾਂ ਤੇ ਨਿਤ ਦੀਆਂ ਬਾਣੀਆਂ ਦੇ ਨਾਂ ਸਿਰਫ 50% ਦੱਸ ਸਕੇ। ਪਰ ਇਹ ਫੈਕਟ ਜਿਹੜਾ ਹੈਗਾ ਨਾ ਤਾਂ ਕਿਸੇ ਵੀ ਸਕੂਲ ਦਾ, ਕਾਲਜ ਦਾ ਪ੍ਰਿੰਸੀਪਲ ਮੰਨਣ ਨੂੰ ਤਿਆਰ ਨਹੀਂਗਾ ਵੀ ਮੇਰੇ ਟੀਚਰਸ ਨੂੰ 10 ਗੁਰੂਆਂ ਦੇ ਨਾਂ ਨਹੀਂ ਆਉਂਦੇ, ਨਿਤ ਦੀਆਂ ਬਾਣੀਆਂ ਨਹੀਂ ਆਉਂਦੀਆਂ, ਜਾਂ ਉਹਨਾਂ ਨੂੰ 35 ਨਹੀਂ ਆਉਂਦੀ। ਕੋਈ ਮੰਨਣ ਨੂੰ ਤਿਆਰ ਨਹੀਂ, ਨਾ ਮਾਲਕ ਮੰਨਣ ਨੂੰ ਤਿਆਰ ਹੈਗਾ ਤੇ ਨਾ ਹੀ ਕੋਈ ਪ੍ਰਿੰਸੀਪਲ ਮੰਨਣ ਨੂੰ ਤਿਆਰ ਹੈਗਾ। ਉਹਦੇ ਲਈ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਰਲ ਕੇ ਇੱਕ ਨਿੱਕੀ ਜਿਹੀ ਕਿਤਾਬ ਜਿਹੜੀ 110 ਜਾਂ 15 ਪੇਜ ਦੀ ਹੈਗੀ ਆ ਜੀ, ਉਹ ਵੀ 10 ਜਾਂ 12 ਦਸੰਬਰ ਤੱਕ ਆ ਜਾਊਗੀ, ਸਿੱਖ ਧਰਮ ਦੀ ਮੁੱਢਲੀ ਜਾਣਕਾਰੀ। ਤੇ ਜਿਹਦੇ ਵਿੱਚ ਪਿੱਛੇ ਅਸੀਂ ਕੁਐਸਚਨ ਵੀ ਲਾਏ ਹੈਗੇ ਆ। ਅਸੀਂ ਚਾਹੁੰਦੇ ਆ ਵੀ SGPC ਰਾਹੀਂ ਜਾਂ ਹੋਰ ਜਿਹੜੀਆਂ ਧਾਰਮਿਕ ਧਰਮ ਦੇ ਨਾਂ ਤੇ ਸੰਸਥਾਵਾਂ ਚੱਲ ਰਹੀਆਂ ਹੈਗੀਆਂ ਵਾ,
ਘੱਟੋ ਘੱਟ ਆਪਣੇ ਟੀਚਰ ਸਾਹਿਬਾਨ ਨੂੰ 10 ਗੁਰੂਆਂ ਦੇ ਨਾਂ ਪਕਾ ਲਓ ਤੇ 35 ਤੇ ਲੈਣ ਲਾ ਲਓ। ਅਸੀਂ ਲੋਕਾਂ ਨੂੰ ਜ਼ਰੂਰ ਕਹਿ ਰਹੇ ਹੈਗੇ ਆ ਵੀ ਇਹਨਾਂ ਨੇ ਜੀ ਸਾਡੀ ਪੰਜਾਬੀ ਰੋਕਤੀ, ਪੰਜਾਬੀ ਨਹੀਂ ਪਾਉਂਦੇ। ਇੱਥੇ ਅਸੀਂ ਕਹਿੰਦੇ ਆ ਜੀ ਪਹਿਲਾਂ 25 ਸਟੂਡੈਂਟ ਦੇ ਟੀਚਰ ਦਿੰਦੇ ਸੀਗੇ, ਹੁਣ ਤੁਸੀਂ 50 ਦੇ ਦਿਓ। ਕਿਉਂ? ਸਾਡੇ ਕੋਲ ਸਟੂਡੈਂਟ ਨਹੀਂ ਮਿਲ ਰਹੇ। ਅਸੀਂ ਇੱਕ ਜਿਹੜੀ ਇੰਗਲੈਂਡ ਤੇ ਕੈਨੇਡਾ ਦੀ ਗੱਲ ਕਰਦੇ, ਦੂਜੇ ਨੰਬਰ ਤੇ ਪੰਜਾਬੀ ਹੈਗੀ, ਉਹ ਦੂਜੇ ਨੰਬਰ ਤੇ ਨਹੀਂ ਗਈ। ਇਹਨੂੰ ਪਾਰਲੀਮੈਂਟ ਦੇ ਤੌਰ ਤੇ ਸਾਡੇ ਤੀਜੇ ਨੰਬਰ ਤੇ ਸਾਡੇ ਪੰਜਾਬੀ ਜਿਹੜੇ ਹੈਗੇ MP ਉੱਥੇ ਹੈਗੇ ਆ। ਫਸਟ ਇੰਗਲਿਸ਼ ਹੈਗੇ ਆ, ਦੂਜੇ ਫ੍ਰੈਂਚ ਤੇ ਹੈਗੇ ਆ। ਇਹਨਾਂ ਦੀ ਗਿਣਤੀ ਤੀਜੇ ਨੰਬਰ ਤੇ ਆ ਜਾਂਦੀ, ਪਾਰਲੀਮੈਂਟ ਦੇ ਵਿੱਚ ਹੈਗੇ ਆ। ਇਸ ਕਰਕੇ ਕਿ ਜਿੱਥੇ ਵੀ ਗੁਰਮੁਖੀ ਪੜ੍ਹਾਈ ਜਾਣੀ ਹੈਗੀ ਆ, ਸਾਨੂੰ ਦੂਜਿਆਂ ਨੂੰ ਲਾਂਭੇ ਦੇਣ ਦੀ ਬਜਾਏ, CBSI ਇਹਨਾਂ ਨੂੰ ਗਾਲਾਂ ਕੱਢਣ ਦੀ ਬਜਾਏ, ਸਾਨੂੰ ਹੋਰ ਸਰਕਾਰਾਂ ਨੂੰ ਕਹਿਣ ਦੀ ਬਜਾਏ, ਕਿਉਂ ਨਾ ਅਸੀਂ ਪੋਜ਼ਿਟਿਵ ਕੰਮ ਕਰੀਏ ਵੀ ਹਰੇਕ ਪੰਜਾਬੀ ਜਿਹਨੂੰ 35 ਵੀ ਆਉਂਦੀ ਆ ਤੇ 10 ਗੁਰੂਆਂ ਦੇ ਨਾਂ ਵੀ ਆਉਂਦੇ ਆ, ਅਸੀਂ ਬੇਸਿਕ ਤੋਂ ਸ਼ੁਰੂ ਕਰੀਏ। ਜੇ ਅਸੀਂ ਆਹ ਇੱਕ ਕੰਮ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਜੇ ਗੱਲ ਪਹੁੰਚ ਜਾਵੇ, ਮੈਂ ਕਹਿੰਦਾ ਹਰੇਕ ਦਾ SGPC ਵਾਲੇ ਟੈਸਟ ਲੈਣ, ਜਿੰਨੇ ਵੀ ਇਹਨਾਂ ਦੇ ਗ੍ਰੰਥੀ ਸਾਹਿਬਾਨ ਨੇ, ਜਿੰਨੇ ਵੀ ਗੁਰਦੁਆਰਿਆਂ ਦੇ ਪ੍ਰਧਾਨ ਸਾਹਿਬ ਨੇ, ਜਿਹੜੇ ਮੈਂਬਰ ਹੈਗੇ ਆ, ਸਾਰਿਆਂ ਨੂੰ ਘੱਟੋ ਘੱਟ ਵੀ ਇਹ 35 ਆਉਂਦੀ ਹੋਵੇ ਤਾਂ 10 ਗੁਰੂਆਂ ਦੇ ਨਾਂ ਆਉਂਦੇ ਹੋਣ। ਸ਼ੁਰੂਆਤ ਇੱਥੋਂ ਕਰ ਲਓ। ਜੇ ਅਸੀਂ ਇਹ ਕਰਵਾ ਲਈਏ ਤੇ ਸਾਡੀ ਵੱਡੀ ਜਿੱਤ ਹੋਊਗੀ। ਇਹਦੀ ਬਜਾਏ ਉਸੇ ਤਰ੍ਹਾਂ ਹੁੰਦੀ ਆ ਵੀ ਚੰਗੇ ਗਾਣਿਆਂ ਨੂੰ ਪ੍ਰਮੋਟ ਕਰੋ, ਮਾੜੇ ਗਾਣਿਆਂ ਨੂੰ ਜਿਹੜੇ ਗਾਣੇ ਗਾਉਂਦੇ ਆ ਉਹਨੂੰ ਗਾਲਾਂ ਕੱਢਦੇ ਤੁਰ ਪੈਂਦੇ ਹੈਗੇ ਆ, ਉਹ ਤੇ ਇਕੱਠ ਵੀ ਕਰਦੇ ਹੈਗੇ ਆ। ਪਰ ਜਿਹੜੇ ਚੰਗੇ ਗਾਉਂਦੇ ਹੈਗੇ ਆ ਉਹਨਾਂ ਨੂੰ ਪ੍ਰਮੋਟ ਕਰਨ ਦੀ ਲੋੜ ਆ। ਇਹ ਮੇਰੇ ਆਪਣੇ ਵਿਚਾਰ ਹੈਗੇ ਆ। ਸਾਨੂੰ ਉਹਨਾਂ ਦੀ ਬਜਾਏ ਸਾਡੇ ਹਰੇਕ ਪੰਜਾਬੀ ਇੱਕ ਪ੍ਰਣ ਕਰ ਲਈਏ। ਅਸੀਂ ਇਸ ਵੇਲੇ ਪਤਾ ਨਹੀਂ 15 ਕਰੋੜ ਆ, ਕੋਈ 14 ਕਰੋੜ ਕਵੇ, ਕੋਈ 12 ਕਰੋੜ ਕਵੇ, ਕੋਈ 10 ਕਰੋੜ ਕਵੇ, ਜਿਹੜਾ ਕਿ ਪੰਜਾਬੀ ਬੋਲਦੇ ਆ। ਸੱਚਮੁੱਚ ਹੀ ਅਸੀਂ ਬੋਲਦੇ ਆ, ਸਾਨੂੰ ਮਜ਼ਾ ਵੀ ਆਉਂਦਾ, ਸਾਨੂੰ ਸਵਾਦ ਵੀ ਆਉਂਦਾ। ਸਾਡੇ ਬਹੁਤ ਸਾਰੇ ਬੱਚੇ ਪੜ੍ਹ ਨਹੀਂ ਸਕਦੇ, ਲਿਖ ਨਹੀਂ ਸਕਦੇ, ਪਰ ਪੰਜਾਬੀ ਬੜੀ ਵਧੀਆ ਬੋਲਦੇ ਆ। ਸਾਡੇ ਮਿਊਜ਼ਿਕ ਗਾਣਿਆਂ ਨੇ ਸਾਨੂੰ ਬੜਾ ਪਪੂਲਰ ਕੀਤਾ ਹੈਗਾ। ਪੰਜਾਬੀਆਂ ਦੀ ਸੰਸਾਰ ਵਿੱਚ ਬੱਲੇ ਬੱਲੇ ਹੈਗਾ। ਇਹ ਨਿੱਕਾ ਜਿਹਾ ਕੰਮ ਮੈਂ ਚਾਹੁੰਦਾ ਹੈਗਾ, ਜੇ ਅਸੀਂ ਇੱਕ ਨਿੱਕੇ ਜਿਹੇ ਕੰਮ 'ਚ ਹੀ ਕਾਮਯਾਬ ਹੋ ਜਾਈਏ, ਹਰੇਕ ਨੂੰ 35 ਸਿਖਾ ਲਈਏ ਤੇ 10 ਗੁਰੂ ਸਾਹਿਬਾਨ ਦੇ ਨਾਮ, ਮੈਂ ਸਿਰਫ ਸਿੱਖ ਧਰਮ ਤੋਂ ਬਿਲੋਂਗ ਕਰਕੇ ਮੈਂ ਤਾਂ ਕਹਿ ਰਿਹਾ, ਅਦਰਵਾਈਜ਼ ਜਿਹੜਾ ਵੀ ਧਰਮ ਹੈਗਾ ਵਾ, ਤੁਸੀਂ ਬੇਸ਼ੱਕ ਆਪੋ ਆਪਣੇ ਧਰਮ ਦੀ ਸਿੱਖਿਆ ਲੈ ਲਓ ਤੇ ਇਹ ਸਭ ਤੋਂ ਦੀ ਬੈਸਟ ਚੀਜ਼ ਹੈਗੀ ਆ। ਇਹ ਮੈਂ ਚਾਹੁੰਦਾ ਵੀ ਇਹ ਕਿਸੇ ਤਰੀਕੇ ਨਾਲ ਮੈਨੂੰ ਕਾਮਯਾਬ ਆਪਣੀ ਉਮਰ 'ਚ ਕਰ ਸਕਾਂ। ਬਿਲਕੁਲ ਬਿਲਕੁਲ।